D-SSB ਪੰਜਾਬੀ ਦਾ ਪੇਪਰ ਹੈ ਤੇ ਉਹਦੇ ਵਾਸਤੇ ਇਹ ਪ੍ਰੀਵੀਅਸ ਈਅਰ ਦੇ ਕੁਐਸਚਨ ਹਨ ਜੋ ਕਿਸੇ ਨਾ ਕਿਸੇ ਪੰਜਾਬੀ ਐਗਜ਼ਾਮ ਵਿੱਚ ਪੁੱਛੇ ਗਏ ਹਨ, ਇੰਪੋਰਟੈਂਟ ਹਨ। ਇਸ ਨਾਲ ਕੀ ਹੈ ਰਿਵੀਜ਼ਨ ਹੋ ਜਾਏਗੀ, ਤਾਂ ਪਲੀਜ਼ ਤੁਸੀਂ ਇਸ ਨੂੰ ਕਰਕੇ ਦੇਖਿਓ। ਸੂਫੀ ਸ਼ਬਦ ਕਿਸ ਤੋਂ ਬਣਿਆ ਹੈ? ਸੂਫੀ ਸ਼ਬਦ ਸੂਫ, ਅਫਲਾਤੂਨ, ਸੂਫੀ ਮਤ ਉਪਰੋਕਤ ਵਿੱਚੋਂ ਕੋਈ ਨਹੀਂ। ਸੂਫੀ ਜੋ ਸ਼ਬਦ ਹੈ ਉਹ ਸੂਫ ਤੋਂ ਬਣਿਆ ਹੈ। ਬੁੱਲੇ ਸ਼ਾਹ ਦਾ ਸੰਬੰਧ ਕਿਸ ਧਾਰਾ ਨਾਲ ਹੈ? ਗੁਰਮਤ, ਸੂਫੀ, ਅਧਿਆਤਮਕ, ਭਗਤੀ। ਸੂਫੀ ਕਾਵਿ ਧਾਰਾ ਨਾਲ ਬੁੱਲੇ ਸ਼ਾਹ ਜੀ ਦਾ ਸੰਬੰਧ ਹੈ। ਸੁਲਤਾਨ ਬਾਹੂ ਨੇ ਕਿਸ ਕਾਵਿ ਰੂਪ ਵਿੱਚ ਰਚਨਾ ਕੀਤੀ? ਸਭ ਤੋਂ ਜ਼ਿਆਦਾ ਸੀਰਫੀ ਰਚਨਾ ਕੀਤੀ ਉਹਨਾਂ ਨੇ। ਵਾਰ ਲਿਖੀ ਜਾਂਦੀ ਹੈ, ਵਾਰ ਲਿਖੀ ਜਾਂਦੀ ਹੈ ਪੌੜੀਆਂ ਵਿੱਚ, ਸਲੋਕਾਂ ਵਿੱਚ, ਅਸ਼ਟਪਦੀਆਂ ਵਿੱਚ, ਉਪਰੋਕਤ ਸਾਰੇ ਠੀਕ ਹਨ। ਵਾਰ ਜੋ ਹੈ ਪੌੜੀਆਂ ਵਿੱਚ ਲਿਖੀ ਜਾਂਦੀ ਹੈ। ਪੰਜਾਬੀ ਵਿੱਚ ਸਭ ਤੋਂ ਵੱਧ ਕਿੱਸੇ ਕਿਸਨੇ ਲਿਖੇ? ਸਭ ਤੋਂ ਵੱਧ ਕਿੱਸੇ ਲਿਖੇ ਸੀ ਬਈ ਕਾਦਰ ਯਾਰ ਨੇ, ਅਹਿਮਦ ਯਾਰ ਨੇ। ਅਹਿਮਦ ਯਾਰ ਨੇ ਸਭ ਤੋਂ ਜ਼ਿਆਦਾ ਲਿਖੇ ਸੀ ਕਿੱਸੇ। ਸ਼ਾਹ ਹੁਸੈਨ ਦਾ ਸੰਬੰਧ ਕਿਸ ਸੂਫੀ ਸੰਪਰਦਾ ਨਾਲ ਹੈ? ਸ਼ਾਹ ਹੁਸੈਨ ਸੀ ਮਲਾਮਤੀ, ਚਿਸ਼ਤੀ, ਮਲਾਮਤੀ, ਨਕਸ਼ਬੰਦੀ, ਸੋਹਰਾਵਰਦੀ। ਇਹ ਸਾਰੀ ਸੂਫੀ ਸੰਪਰਦਾਵਾਂ ਹਨ ਤੇ ਸ਼ਾਹ ਹੁਸੈਨ ਦਾ ਸੰਬੰਧ ਮਲਾਮਤੀ ਨਾਲ ਹੈ। ਹਮਦ ਦਾ ਸੰਬੰਧ ਕਿਸ ਨਾਲ ਹੈ? ਹਮਦ ਦਾ ਸੰਬੰਧ ਖੁਦਾ ਨਾਲ ਹੈ, ਖੁਦਾ ਦੀ ਉਸਤਤੀ ਨਾਲ ਹੈ, ਖੁਦਾ ਦੀ ਇਬਾਦਤ ਨਾਲ ਹੈ। ਦਮੋਦਰ ਦਾ ਸੰਬੰਧ ਕਿਸ ਸੂਫੀ ਸੰਪਰਦਾ ਨਾਲ ਹੈ? ਵੀਰ ਕਾਵਿ ਨਾਲ, ਸੂਫੀ ਕਾਵਿ ਨਾਲ, ਕਿੱਸਾ ਕਾਵਿ ਜਾਂ ਗੁਰਮਤ ਕਾਵਿ? ਕਿੱਸਾ ਕਾਵਿ ਨਾਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਵਾਰ ਦੀ ਰਚਨਾ ਕੀਤੀ? ਆਸਾ ਦੀ ਵਾਰ, ਚੱਠਿਆਂ ਦੀ ਵਾਰ, ਚੰਡੀ ਦੀ ਵਾਰ, ਨਾਦਰ ਸ਼ਾਹ ਦੀ ਵਾਰ। ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਕਿਹੜੀ ਵਾਰ ਪਹਿਲਾਂ ਲਿਖੀ ਗਈ? ਨਜਾਬਤ ਰਚਿਤ ਵਾਰ, ਪੀਰ ਮੁਹੰਮਦ ਦੀ ਵਾਰ ਜਾਂ ਚੱਠਿਆਂ ਦੀ ਵਾਰ? ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹੀ। ਚੰਡੀ ਦੀ ਵਾਰ ਦਾ ਹੀ ਨਾਮ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਹੈ। ਚੰਡੀ ਦੀ ਵਾਰ ਜਾਂ ਵਾਰ ਸ੍ਰੀ ਭਗਵਤੀ ਸਾਹਿਬ ਸਭ ਤੋਂ ਪਹਿਲਾਂ ਲਿਖੀ ਗਈ ਸੀ। ਹੇਠ ਲਿਖਿਆਂ ਵਿੱਚੋਂ ਕਿਹੜਾ ਸੱਸੀ ਪੁੰਨੂ ਦਾ ਕਿੱਸਾਕਾਰ ਨਹੀਂ? ਹਾਫਿਜ਼ ਬਰਖੁਰਦਾਰ, ਹਾਸ਼ਮ, ਅਹਿਮਦ ਯਾਰ, ਪੀਲੂ। ਸੱਸੀ ਪੁੰਨੂ ਦਾ ਕਿੱਸਾਕਾਰ ਨਹੀਂ। ਜੋ ਸੱਸੀ ਪੁੰਨੂ ਦਾ ਕਿੱਸਾ ਹੈ ਉਹ ਹਾਫਿਜ਼ ਬਰਖੁਰਦਾਰ ਨੇ ਲਿਖਿਆ, ਹਾਸ਼ਮ ਨੇ ਲਿਖਿਆ, ਅਹਿਮਦ ਯਾਰ ਨੇ ਲਿਖਿਆ, ਪਰ ਪੀਲੂ ਨੇ ਮਿਰਜ਼ਾ ਸਾਹਿਬਾ ਕਿੱਸਾ ਲਿਖਿਆ ਸੀ। ਹਸਨੇ ਮਹਿਮੇ ਦੀ ਵਾਰ ਕਿਸ ਕਾਲ ਦੀ ਹੈ? ਨਾਨਕ ਕਾਲ, ਉੱਤਰ ਗੁਰੂ ਨਾਨਕ ਕਾਲ, ਪੂਰਵ ਨਾਨਕ ਕਾਲ। ਇਹਨਾਂ ਵਿੱਚੋਂ ਕੋਈ ਨਹੀਂ। ਜੋ ਹਸਨੇ ਮਹਿਮੇ ਦੀ ਵਾਰ ਹੈ ਉਹ ਪੂਰਵ ਨਾਨਕ ਕਾਲ ਦੀ ਹੈ। ਕਿਸ ਸੂਫੀ ਸ਼ਾਇਰ ਦਾ ਜੀਵਨ ਕਾਲ 1539 ਈਸਵੀ ਤੋਂ 1593 ਈਸਵੀ ਸੀ? ਇਹ ਸੀ ਸ਼ਾਹ ਹੁਸੈਨ ਦਾ। ਲੈਲਾ ਮਜਨੂ ਆਸ਼ਕੀ ਚੋ ਚੱਕੀ ਜਾਤ, ਸੋਰਠੀ ਬਿਜਾ ਗਾਵਿਐ ਜਸ ਸੁਗੜਾ। ਜਸ ਸੁਗੜਾ, ਜਸ ਸੁਗੜਾ ਵਾਤ ਕਿਸ ਮਹਾਕਾਵਿ ਦੀਆਂ ਤੁਕਾਂ ਹਨ? ਇਹ ਭਾਈ ਗੁਰਦਾਸ ਜੀ ਦੀ ਤੁਕਾਂ ਹਨ। ਵਾਰਿਸ ਸ਼ਾਹ ਨੇ ਆਪਣੇ ਕਿੱਸੇ ਹੀਰ ਰਾਂਝਾ ਦੇ ਮੁੱਢਲੇ ਭਾਗ ਵਿੱਚ ਆਪਣਾ ਪ੍ਰੇਰਨਾ ਸਰੋਤ ਦੱਸਿਆ ਹੈ। ਵਾਰਿਸ ਸ਼ਾਹ ਨੇ ਹੀਰ ਰਾਂਝਾ ਕਿੱਸਾ ਲਿਖਿਆ ਕਿਸ ਤੋਂ ਪ੍ਰੇਰਿਤ ਹੋ ਕੇ? ਯਾਰਾਂ ਦੀ ਫਰਮਾਇਸ਼ ਤੋਂ। ਜੰਗਨਾਮੇ ਵਿੱਚ ਇਕੱਠੇ ਚੱਲਦੇ ਹਨ। ਜੋ ਜੰਗਨਾਮਾ ਹੈ ਉਸ ਵਿੱਚ ਕੀ ਕੁਝ ਇਕੱਠਾ ਚੱਲਦਾ ਹੈ? ਸਾਹਿਤ ਅਤੇ ਰਸ, ਸਾਹਿਤ ਯਥਾਰਥ, ਸਾਹਿਤ ਅਤੇ ਪ੍ਰਕਿਰਤੀ, ਸਾਹਿਤ ਅਤੇ ਇਤਿਹਾਸ। ਜੋ ਜੰਗਨਾਮਾ ਹੈ ਉਸ ਵਿੱਚ ਸਾਹਿਤ ਅਤੇ ਇਤਿਹਾਸ ਇਕੱਠੇ ਚੱਲਦੇ ਹਨ। ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ 30 ਰਾਗਾਂ ਵਿੱਚ, 17 ਰਾਗਾਂ ਵਿੱਚ, 19 ਰਾਗਾਂ ਵਿੱਚ ਕਿ 31 ਰਾਗਾਂ ਵਿੱਚ? ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ। ਇਹ ਆਪਾਂ ਬਹੁਤ
ਪਹਿਲਾਂ ਆਪਣੀ ਵੀਡੀਓ ਵਿੱਚ ਕਰ ਚੁੱਕੇ ਹਾਂ ਗੁਰੂਆਂ ਬਾਰੇ। ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ ਸੀ। ਗੁਰਮਤਿ ਕਾਵਿ ਸਿਧਾਂਤ ਦੇ ਵਿਵਹਾਰ ਗੁਰਮਤਿ ਕਾਵਿ ਸਿਧਾਂਤ ਤੇ ਵਿਵਹਾਰ ਪੁਸਤਕ ਦਾ ਕਰਤਾ ਹੈ ਜਗਵੀਰ ਸਿੰਘ। ਗੁਰੂ ਰਾਮਦਾਸ ਜੀ ਨੇ ਘੋੜੀਆਂ ਦੀ ਰਚਨਾ ਕੀਤੀ। ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਜੀ ਨੇ ਘੋੜੀਆਂ ਦੀ ਰਚਨਾ ਕੀਤੀ ਸੀ। ਜਪੁਜੀ ਸਾਹਿਬ ਕਿਸ ਗੁਰੂ ਸਾਹਿਬ ਦੀ ਰਚਨਾ ਹੈ? ਜਪੁਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਰਾਗ ਵਿੱਚ 12 ਮਾਹ ਦੀ ਰਚਨਾ ਕੀਤੀ? ਰਾਗ ਤੁਖਾਰੀ ਵਿੱਚ। ਗੁਰੂ ਤੇਗ ਬਹਾਦਰ ਜੀ ਨੇ ਰਚਨਾ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਰਚਨਾ ਸ਼ਬਦਾਂ ਤੇ ਸ਼ਲੋਕਾਂ ਵਿੱਚ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ। ਸਿੱਖਾਂ ਦੀ ਭਗਤਮਾਲਾ ਦਾ ਕਰਤਾ ਕੌਣ ਹੈ? ਸਿੱਖਾਂ ਦੀ ਭਗਤਮਾਲਾ ਰਚਨਾ ਹੈ ਭਾਈ ਮਨੀ ਸਿੰਘ ਦੀ। ਭਗਤੀ ਸਾਹਿਤ ਦਾ ਆਧਾਰ ਕੀ ਹੈ? ਭਗਤੀ ਸਾਹਿਤ ਦਾ ਆਧਾਰ ਕੀ ਹੈ? ਰੋਮਾਂਸਵਾਦ ਹੈ, ਅਸਤਿਤਵ ਹੈ, ਰਹੱਸਵਾਦ ਹੈ, ਯਥਾਰਥਵਾਦ ਹੈ। ਭਗਤੀ ਸਾਹਿਤ ਦਾ ਜੋ ਆਧਾਰ ਹੈ ਉਹ ਰਹੱਸਵਾਦ ਹੈ। ਪਰਮਾਤਮਾ ਦੇ ਰਹੱਸ ਬਾਰੇ ਦੱਸਿਆ ਗਿਆ ਹੈ। जब हम होते तब तू नाही, अब तू ही मैं नाही। किस भगत कवि दियाँ तुक्कां हन? ਇਹ ਭਗਤ ਰਵਿਦਾਸ ਜੀ ਦੀਆਂ ਤੁਕਾਂ ਹਨ ਜੋ ਕਿ ਪਰਮਾਤਮਾ ਤੇ ਇਨਸਾਨ ਬਾਰੇ ਦੱਸਿਆ ਗਿਆ ਹੈ। ਬਾਬਾ ਸ਼ੇਖ ਫਰੀਦ ਜੀ ਨੇ ਕਿੰਨੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? ਬਾਬਾ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਬਦ? ਧਿਆਨ ਨਾਲ ਦੇਖੋ ਬਈ ਸ਼ਬਦ ਕਿੰਨੇ ਹਨ। ਸ਼ਬਦ ਤੇ ਸ਼ਲੋਕ ਦਰਜ ਹਨ ਪਰ ਸ਼ਬਦ 4 ਹਨ ਤੇ ਸ਼ਲੋਕ 112। ਸ਼ੇਖ ਫਰੀਦ ਜੀ ਦੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸੁਖਮਨੀ ਸਾਹਿਬ ਕਿਸ ਗੁਰੂ ਸਾਹਿਬ ਦੀ ਰਚਨਾ ਹੈ? ਗੁਰੂ ਅਰਜਨ ਦੇਵ ਜੀ ਦੀ। ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਪੁਰਾਤਨ ਜਨਮ ਸਾਖੀ ਦਾ ਸੰਪਾਦਕ ਕੌਣ ਹੈ? ਪੁਰਾਤਨ ਜਨਮ ਸਾਖੀ ਦਾ ਸੰਪਾਦਕ ਭਾਈ ਵੀਰ ਸਿੰਘ ਜੀ ਹਨ। ਆਰਸੀ ਕੀ ਹੈ? ਸਵੈ ਜੀਵਨੀ ਹੈ। ਆਰਸੀ ਕੀ ਹੈ? ਸਵੈ ਜੀਵਨੀ ਹੈ ਇੱਕ। ਕਿਸ ਵਾਰਤਕਾਰ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਗਿਆ ਹੈ? ਵਾਰਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਗਿਆ ਹੈ। ਰੇਖਾ ਚਿੱਤਰ ਜ਼ਿੰਦਗੀ ਦੀਆਂ ਘਟਨਾਵਾਂ ਦਾ ਕੀ ਹੁੰਦਾ ਹੈ? ਰੇਖਾ ਚਿੱਤਰ ਜ਼ਿੰਦਗੀ ਦੀਆਂ ਘਟਨਾਵਾਂ ਦਾ ਅਧਿਐਨ ਹੈ, ਕਲਾਤਮਕ ਬਿਆਨ ਹੈ, ਕਰਮਵਾਰ ਬਿਆਨ ਹੈ ਜਾਂ ਸਿੱਧਾ ਬਿਆਨ ਹੈ। ਜੋ ਰੇਖਾ ਚਿੱਤਰ ਹੈ ਕੋਈ ਲੇਖਕ ਕਿਸੇ ਹੋਰ ਬਾਰੇ ਲਿਖਦਾ ਹੈ ਉਹ ਕੀ ਹੈ? ਕਲਾਤਮਕ ਬਿਆਨ ਹੈ। ਉਹ ਆਪਣੀ ਕਲਾ ਆਪਣੀ ਸ਼ੈਲੀ ਵਿੱਚ ਕਿਸੇ ਬਾਰੇ ਲਿਖਦਾ ਹੈ ਰੇਖਾ ਚਿੱਤਰ। ਕਿਹੜਾ ਲੱਛਣ ਨਿਬੰਧ ਲਈ ਜ਼ਰੂਰੀ ਹੈ? ਜੋ ਨਿਬੰਧ ਲਿਖਣਾ ਹੁੰਦਾ ਹੈ ਇੱਕ ਉਸ ਲਈ ਜ਼ਰੂਰੀ ਹੈ ਸੰਖੇਪਤਾ। ਸੰਖੇਪ ਵਿੱਚ ਵੱਧ ਤੋਂ ਵੱਧ ਕਿਹਾ ਜਾਂਦਾ ਹੈ ਨਿਬੰਧ ਵਿੱਚ। ਜਨਮ ਸਾਖੀ ਕੀ ਹੈ? ਜੀਵਨੀ ਹੈ। ਜਨਮ ਸਾਖੀ ਇੱਕ ਕਿਸਮ ਦੀ ਜੀਵਨੀ ਹੈ। ਸਫ਼ਰਨਾਮੇ ਦੀ ਪਹਿਲੀ ਸ਼ਰਤ ਕੀ ਹੈ? ਜੋ ਸਫ਼ਰਨਾਮਾ ਹੈ ਜੋ ਲੇਖਕ ਆਪਣੇ ਕਿਸੇ ਵਿਦੇਸ਼ੀ ਜਾਂ ਫਿਰ ਕਿਸੇ ਸਫ਼ਰ ਬਾਰੇ ਲਿਖਦਾ ਹੈ ਉਸ ਦੀ ਪਹਿਲੀ ਸ਼ਰਤ ਹੈ ਵਾਸਤਵਿਕਤਾ, ਯਾਨੀ ਕਿ ਉਸ ਵਿੱਚ ਹੂਬਹੂ ਸੱਚ ਵਾਸਤਵਿਕ ਚੀਜ਼ਾਂ ਹੀ ਉਲੇਖ ਜਾਂ ਲੇਖ ਕੀਤਾ ਜਾਵੇ, ਵਰਣਨ ਕੀਤਾ ਜਾਵੇ ਵਾਸਤਵਿਕਤਾ ਦਾ। ਜਨਮ ਸਾਖੀ ਪਰੰਪਰਾ ਕਿਸ ਗੁਰੂ ਦੇ ਜੀਵਨ ਬਿਰਤਾਂਤ ਨਾਲ ਸੰਬੰਧ ਰੱਖਦੀ ਹੈ? ਜਨਮ ਸਾਖੀ ਪਰੰਪਰਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧ ਰੱਖਦੀ ਹੈ। ਜਨਮ ਸਾਖੀ ਪਰੰਪਰਾ ਗੁਰੂ ਨਾਨਕ ਦੇਵ ਜੀ ਬਾਰੇ ਹੈ। ਸਵੈ ਜੀਵਨੀ ਹੁੰਦੀ ਹੈ ਆਤਮ ਕੇਂਦਰਿਤ। ਜੋ ਸਵੈ ਜੀਵਨੀ ਆਪਣੇ ਜੀਵਨ ਬਾਰੇ ਖੁਦ ਕੋਈ ਲੇਖਕ ਲਿਖਦਾ ਹੈ ਆਤਮ ਕੇਂਦਰਿਤ ਹੁੰਦੀ ਹੈ। ਘਰ ਦਾ ਪਿਆਰ ਨਿਬੰਧ ਕਿਸ ਲੇਖਕ ਦਾ ਹੈ? ਪ੍ਰਿੰਸੀਪਲ ਤੇਜਾ ਸਿੰਘ ਦਾ। ਤੇ ਜੋ ਆਰਸੀ ਹੈ ਸਵੈ ਜੀਵਨੀ ਉਹ ਵੀ ਤੇਜਾ ਸਿੰਘ ਜੀ ਦੀ ਹੈ।
ਜੇ ਕਿਸੇ ਕੁਐਸਚਨ ਬਾਰੇ ਕੋਈ ਡਾਊਟ ਹੋਇਆ ਬਈ ਉਹ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਸੰਸਮਰਨ ਦਾ ਅਰਥ ਹੈ ਸਾਹਿਤ ਸਹਾਰੇ ਸੋਚੀਆਂ ਯਾਦਾਂ। ਯਾਦਾਂ ਸਹਾਰੇ ਸੋਚਿਆ ਸਾਹਿਤ, ਯਾਦਾਂ ਦੀ ਸਿੱਖਿਆ, ਆਤਮ ਕਥਾ ਦੇ ਵਧੀਆ ਭਾਗ ਦੀ ਪੇਸ਼ਕਾਰੀ। ਜੋ ਸੰਸਮਰਨ ਹੁੰਦੇ ਹਨ ਉਹ ਆਤਮ ਕਥਾ ਯਾਨੀ ਕਿ ਸਵੈ ਜੀਵਨੀ ਦੀ ਵਧੀਆ ਭਾਗ ਦੀ ਪੇਸ਼ਕਾਰੀ ਹੁੰਦੀ ਹੈ। ਕਿਸੇ ਵਾਰਤਕਾਰ ਨੇ ਸਿੱਖ ਸਿਧਾਂਤਾਂ ਨੂੰ ਆਧੁਨਿਕ ਸਰੋਕਾਰ ਨਾਲ ਜੋੜਿਆ ਹੈ। ਜੋ ਵਾਰਤਕਾਰ ਹੈ ਕਪੂਰ ਸਿੰਘ, ਉਸਨੇ ਸਿੱਖ ਸਿਧਾਂਤਾਂ ਨੂੰ ਆਧੁਨਿਕ ਸਰੋਕਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜੀਵਨੀ ਸਵੈ ਜੀਵਨੀ ਦਾ ਵਿਭੇਦਕ ਲੱਛਣ ਹੈ ਸਵੈ ਪਰਪਕਤਾ। ਸਵੈ ਪਰਕਤਾ ਜੀਵਨੀ ਅਤੇ ਸਵੈ ਜੀਵਨੀ ਕੀ ਹੈ? ਸਵੈ ਪਰਕਤਾ ਯਾਨੀ ਕਿ ਆਪਣੇ ਆਪ ਨੂੰ ਪਰਖਣਾ। ਭਾਈ ਵੀਰ ਸਿੰਘ ਦੀ ਕਵਿਤਾ ਕਿਸ ਕਾਵਿ ਰੂਪਕਾਰ ਅਧੀਨ ਆਉਂਦੀ ਹੈ? ਪ੍ਰਗੀਤ ਅਧੀਨ ਆਉਂਦੀ ਹੈ ਭਾਈ ਵੀਰ ਸਿੰਘ ਜੀ ਦੀ ਕਵਿਤਾ। ਅਰਬੀ ਭਾਸ਼ਾ ਦੇ ਸ਼ਬਦ ਨਜ਼ਮ ਦਾ ਕੀ ਅਰਥ ਹੈ? ਨਜ਼ਮ ਦਾ ਅਰਥ ਹੈ ਮੋਤੀਆਂ ਨੂੰ ਧਾਗੇ ਵਿੱਚ ਪਰੋਣਾ। ਨਜ਼ਮ ਦਾ ਅਰਥ ਹੈ ਮੋਤੀਆਂ ਨੂੰ ਧਾਗੇ ਵਿੱਚ ਪਰੋਣਾ। ਡਾਕਟਰ ਹਰਭਜਨ ਸਿੰਘ ਕਿਸ ਕਾਵਿ ਧਾਰਾ ਦਾ ਕਵੀ ਹੈ? ਸੂਝਵਾਦੀ ਹੈ ਡਾਕਟਰ ਹਰਭਜਨ ਸਿੰਘ, ਸੂਝਵਾਦੀ ਕਾਵਿ ਧਾਰਾ। ਕਿਸ ਕਵੀ ਵਿੱਚ ਲੋਕ ਯੋਗਤਾ ਦੀ ਵਧੇਰੇ ਵਰਤੋਂ ਹੋਈ ਹੈ? ਜੋ ਕਵੀ ਹੈ ਸ਼ਿਵ ਕੁਮਾਰ ਬਟਾਲਵੀ, ਉਹ ਲੋਕ ਯੋਗਤਾ ਦੀ ਵਧੇਰੇ ਵਰਤੋਂ ਕਰਦਾ ਹੈ। ਰੁੱਖ ਤੇ ਰਿਸ਼ੀ ਕੀ ਹੈ? ਇਹ ਇੱਕ ਕਵਿਤਾ ਹੈ। ਸੁਗੰਧ ਸਮੀਰ ਕਾਵਿ ਸੰਗ੍ਰਹਿ ਕਿਸ ਵਾਦ ਨਾਲ ਸੰਬੰਧਿਤ ਹਨ? ਸੁਗੰਧ ਸਮੀਰ ਯਥਾਰਥਵਾਦ ਨਾਲ ਸੰਬੰਧਿਤ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ? ਅੰਮ੍ਰਿਤਾ ਪ੍ਰੀਤਮ ਜੁਝਾਰਵਾਦੀ ਹੈ, ਪਾਸ਼ ਪ੍ਰਯੋਗਵਾਦੀ ਹੈ। ਇਹ ਸਹੀ ਹਨ ਬਈ। ਪੁੱਛਿਆ ਜਾਂਦਾ ਹੈ ਇਸ ਬਾਰੇ ਕਿ ਅੰਮ੍ਰਿਤਾ ਪ੍ਰੀਤਮ ਕਿਹੜੀ ਕਾਵਿ ਧਾਰਾ ਨਾਲ? ਜੁਝਾਰਵਾਦੀ। ਪਾਸ਼ ਪ੍ਰਯੋਗਵਾਦੀ। ਜਸਵੀਰ ਸਿੰਘ ਆਹਲੂਵਾਲੀਆ ਆਦਰਸ਼ਵਾਦੀ। ਇਹ ਇਸ ਦਾ ਆਨਸਰ ਹੈ ਕਿ ਇਹ ਠੀਕ ਨਹੀਂ ਹੈ। ਜਸਵੰਤ ਸਿੰਘ ਨੇਕੀ ਹੈ ਜੋ ਰਹੱਸਵਾਦੀ ਹੈ। ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਦਾ ਆਰੰਭ 20ਵੀਂ ਸਦੀ ਦੇ ਕਿਸ ਦਹਾਕੇ ਵਿੱਚ ਹੋਇਆ ਸੀ? ਜੋ ਪ੍ਰਗਤੀਵਾਦੀ ਕਾਵਿ ਧਾਰਾ ਹੈ ਉਹ 20ਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਇਸ ਦਾ ਜਨਮ ਹੋਇਆ ਸੀ। ਚੌਥੇ ਦਹਾਕੇ ਵਿੱਚ। ਖੁੱਲੀ ਕਵਿਤਾ ਦਾ ਆਰੰਭ ਪੰਜਾਬੀ ਵਿੱਚ ਕਿਸ ਕਵੀ ਦੁਆਰਾ ਹੋਇਆ? ਖੁੱਲੀ ਕਵਿਤਾ ਦਾ ਆਰੰਭ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ ਸੀ। ਜੁਗਨੂ ਦੀਵਾ ਤੇ ਦਰਿਆ ਪੁਸਤਕ ਜਗਤਾਰ ਸਿੰਘ ਦੀ ਹੈ। ਮੋਹਨ ਸਿੰਘ ਨੂੰ ਕਿਸ ਪੁਸਤਕ ਉੱਤੇ ਲੈਟਿਨ ਪੁਰਸਕਾਰ ਮਿਲਿਆ? ਜੈ ਮੀਰ। ਮੋਹਨ ਸਿੰਘ ਨੂੰ ਪੁਰਸਕਾਰ ਮਿਲਿਆ ਸੀ ਜੈ ਮੀਰ ਤੇ। 2014 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਸ ਨੂੰ ਮਿਲਿਆ? ਅਗਰਬੱਤੀ ਨੂੰ ਮਿਲਿਆ ਸੀ 2014 ਵਿੱਚ। ਮਹਾਕਾਵਿ ਨੂੰ ਕਾਵਿ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ? ਜੋ ਮਹਾਕਾਵਿ ਹੈ ਉਹ ਬਿਰਤਾਂਤ ਕਾਵਿ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਦੂਸਰੀ ਸੀਤਾ, ਤਿੱਲੀ ਦਾ ਨਿਸ਼ਾਨ, ਇਹ ਹਮਾਰਾ ਜੀਵਨਾ, ਨੰਗੇ ਪੈਰਾਂ ਦਾ ਸਫ਼ਰ ਕਿਸ ਦੀਆਂ ਰਚਨਾਵਾਂ ਹਨ? ਦਲੀਪ ਕੌਰ ਟਿਵਾਣਾ ਦੀਆਂ। ਦੂਸਰੀ ਸੀਤਾ, ਤਿੱਲੀ ਦਾ ਨਿਸ਼ਾਨ, ਇਹ ਹਮਾਰਾ ਜੀਵਨਾ, ਨੰਗੇ ਪੈਰਾਂ ਦਾ ਸਫ਼ਰ, ਦਲੀਪ ਕੌਰ ਟਿਵਾਣਾ। ਇਹਨਾਂ ਵਿੱਚੋਂ ਕਿਹੜਾ ਨਾਵਲ 19ਵੀਂ ਸਦੀ ਵਿੱਚ ਪ੍ਰਕਾਸ਼ਿਤ ਹੋਇਆ? 19ਵੀਂ ਸਦੀ ਵਿੱਚ ਬਾਬਾ ਨੌਧ ਸਿੰਘ ਭਾਈ ਵੀਰ ਸਿੰਘ ਦਾ ਹੈ ਜੋ 19ਵੀਂ ਸਦੀ ਵਿੱਚ ਪ੍ਰਕਾਸ਼ਿਤ ਹੋਇਆ ਸੀ। ਮਸਲੇ ਗਲਪ ਦੇ ਜੋਗਿੰਦਰ ਸਿੰਘ ਰਾਹੀ ਦੀ ਰਚਨਾ ਹੈ। ਮਸਲੇ ਗਲਪ ਦੇ। ਪੰਜਾਬੀ ਨਾਵਲ ਅਧਿਐਨ ਬਾਰੇ ਕਿਹੜੀ ਪੁਸਤਕ ਸਭ ਤੋਂ ਵੱਧ ਪ੍ਰਕਾਸ਼ਿਤ ਹੋਈ? ਪੰਜਾਬੀ ਨਾਵਲਾਂ ਬਾਰੇ ਜੋ ਪੁਸਤਕਾਂ ਹਨ, ਪੰਜਾਬੀ ਨਾਵਲ ਜੋਗਿੰਦਰ ਸਿੰਘ ਰਾਹੀ, ਪੰਜਾਬੀ ਇਤਿਹਾਸਿਕ ਨਾਵਲ ਸੁਰਿੰਦਰ ਸਿੰਘ ਦੋਸਾਂਝ, ਪੰਜਾਬੀ ਨਾਵਲ ਮੁਹਾਂਦਰਾ ਨਰਿੰਜਨ ਤਸਨੀਮ, ਪੰਜਾਬੀ ਨਾਵਲ ਦਾ ਇਤਿਹਾਸ ਗੁਰਚਰਨ ਸਿੰਘ।
ਜੋ ਸਭ ਤੋਂ ਪ੍ਰਸਿੱਧ ਹੋਈ ਪੰਜਾਬੀ ਨਾਵਲ ਦਾ ਇਤਿਹਾਸ ਗੁਰਚਰਨ ਸਿੰਘ ਦੀ। ਪੰਜਾਬੀ ਨਾਵਲ ਵਿਧੀ ਤੇ ਵਿਚਾਰ ਪੁਸਤਕ ਦਾ ਲੇਖਕ ਵਿਧੀ ਤੇ ਵਿਚਾਰ ਪੁਸਤਕ ਦਾ ਲੇਖਕ ਹੈ ਡਾਕਟਰ ਸਵਿੰਦਰ ਸਿੰਘ ਉੱਪਲ। ਪ੍ਰੀਤ ਕਹਾਣੀਆਂ ਕਿਸ ਦੀ ਰਚਨਾ ਹੈ? ਗੁਰਬਖਸ਼ ਸਿੰਘ ਦੀ। ਪ੍ਰੀਤ ਕਹਾਣੀਆਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਆਧੁਨਿਕ ਪੰਜਾਬੀ ਨਾਵਲ ਦਾ ਪਿਤਾਮਾ ਕੌਣ ਹੈ? ਆਧੁਨਿਕ ਜੋ ਨਾਵਲ ਹੈ ਭਾਈ ਵੀਰ ਸਿੰਘ ਜੀ ਨੇ ਲਿਖਣੇ ਸ਼ੁਰੂ ਕੀਤੇ ਸੀ। ਮਰਸੀਆ ਇੱਕ ਨਾਵਲ ਹੈ। ਲਹੂ ਮਿੱਟੀ ਨਾਵਲ ਦਾ ਕਰਤਾ ਹੈ ਪ੍ਰਿੰਸੀਪਲ ਸੰਤ ਸਿੰਘ ਸਿੱਖੋ। ਪ੍ਰੋਫੈਸਰ ਗੁਰਦਿਆਲ ਸਿੰਘ ਦੇ ਕਿਹੜੇ ਨਾਵਲ 'ਤੇ ਫਿਲਮ ਬਣੀ? ਮੜੀ ਦਾ ਦੀਵਾ। ਇਹ ਵੀ ਵਾਰ-ਵਾਰ ਪੁੱਛਿਆ ਜਾਂਦਾ ਹੈ ਬਈ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਨਾਵਲ 'ਤੇ ਫਿਲਮ ਬਣੀ ਮੜੀ ਦਾ ਦੀਵਾ। ਦਾ ਨਾਵਲ ਐਂਡ ਦਾ ਪੀਪਲ ਰਚਨਾ ਕਿਸ ਦੀ ਹੈ? ਰਾਲਫ ਫਾਕਸ ਦੀ। ਦਾ ਨਾਵਲ ਐਂਡ ਦਾ ਪੀਪਲ ਰਾਲਫ ਫਾਕਸ। ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਕਿਹੜੀ ਹੈ? ਨਿੱਕੀ ਕਹਾਣੀ ਹੈ। ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਨਿੱਕੀ ਕਹਾਣੀ। ਹੇਠ ਲਿਖਿਆਂ ਵਿੱਚੋਂ ਕੌਣ ਚੌਥੀ ਪੀੜ੍ਹੀ ਦਾ ਕਹਾਣੀਕਾਰ ਹੈ? ਸੁਜਾਨ ਸਿੰਘ, ਅਜੀਤ ਕੌਰ, ਬਲਵੀਰ ਪਰਵਾਨਾ, ਸੰਤ ਸਿੰਘ ਸਿੱਖੋ। ਚੌਥੀ ਪੀੜ੍ਹੀ ਦਾ ਹੈ ਬਲਵੀਰ ਪਰਵਾਨਾ। ਫਾਲਤੂ ਔਰਤ ਦਾ ਸੰਕਲਪ ਕਿਸ ਨੇ ਦਿੱਤਾ? ਫਾਲਤੂ ਔਰਤ ਜੋ ਲਿਖਿਆ ਹੈ ਉਹ ਹੈ ਅਜੀਤ ਕੌਰ ਨੇ। ਰੇਤ ਨਾਵਲ ਕਿਸ ਦਾ ਹੈ? ਹਰਜੀਤ ਅਟਵਾਲ। ਇਹ ਨੈੱਟ 'ਚ ਵੀ ਇਸ ਬਾਰੇ ਸਵਾਲ ਪੁੱਛਿਆ ਗਿਆ ਕਿ ਰੇਤ ਨਾਵਲ ਕਿਸ ਦਾ ਹੈ? ਹਰਜੀਤ ਅਟਵਾਲ ਦਾ। ਅਸਤਿਤਵਵਾਦ ਨਾਲ ਸੰਬੰਧਿਤ ਗਲਪਕਾਰ ਕੌਣ ਹਨ? ਅਸਤਿਤਵਵਾਦ ਸੁਰਜੀਤ ਸਿੰਘ ਸੇਠੀ। ਜੋ ਅਸਤਿਤਵਵਾਦ ਨਾਲ ਗਲਪਕਾਰ ਹਨ ਸੁਰਜੀਤ ਸਿੰਘ ਸੇਠੀ। ਸਾਹਿਤਕ ਕਿਰਤਾਂ ਦੀ ਖੁਦਮੁਖਤਿਆਰੀ ਦਾ ਸੰਕਲਪ ਕਿਸ ਨੇ ਦਿੱਤਾ? ਖੁਦਮੁਖਤਿਆਰੀ ਦਾ ਸੰਕਲਪ ਜੋਗਿੰਦਰ ਸਿੰਘ ਰਾਹੀ ਨੇ ਦਿੱਤਾ। ਭੂਆ ਕਹਾਣੀ ਵਿਚਲਾ ਮਸਲਾ ਕਿਸ ਨਾਲ ਸੰਬੰਧਿਤ ਹੈ? ਭੂਆ ਕਹਾਣੀ ਜੋ ਹੈ ਪੇਂਡੂ ਪ੍ਰਾਹੁਣਚਾਰੀ ਨਾਲ ਸੰਬੰਧਿਤ ਹੈ। ਕਿਹੜਾ ਕਹਾਣੀਕਾਰ ਮਨੋਵਿਗਿਆਨਿਕ ਤੱਤਾਂ ਦੀ ਪੇਸ਼ਕਾਰੀ ਕਰਕੇ ਜਾਣਿਆ ਜਾਂਦਾ ਹੈ? ਕਰਤਾਰ ਸਿੰਘ ਦੁੱਗਲ। ਇਹਨਾਂ ਦੀਆਂ ਰਚਨਾਵਾਂ ਮਨੋਵਿਗਿਆਨਿਕ ਪੱਖ ਤੋਂ ਹਨ। ਕਲਿੰਗਾ ਦੇ ਯੁੱਧ ਦਾ ਬਿਰਤਾਂਤ ਕਿਸ ਨਾਵਲ ਵਿੱਚ ਪੇਸ਼ ਕੀਤਾ ਗਿਆ? ਤੋਸਾਲੀ ਦੀ ਹੰਸੋ ਵਿੱਚ। ਖਾਮੋਸ਼ੀ ਦਾ ਜਜ਼ੀਰਾ ਪੁਸਤਕ ਕਿਸ ਕਹਾਣੀਕਾਰ ਦੀ ਕਹਾਣੀ ਨਾਲ ਸੰਬੰਧਿਤ ਹੈ? ਖਾਮੋਸ਼ੀ ਦਾ ਜਜ਼ੀਰਾ ਪ੍ਰੇਮ ਪ੍ਰਕਾਸ਼ ਦੀ ਕਹਾਣੀ ਨਾਲ ਸੰਬੰਧਿਤ ਹੈ। ਆਧੁਨਿਕ ਨਾਟਕ ਸਾਹਿਤ ਦੀ ਨਕੜਦਾਦੀ ਕੌਣ ਹੈ? ਆਧੁਨਿਕ ਸਾਹਿਤ ਨਾਟਕ ਦੀ ਨਕੜਦਾਦੀ ਹੈ ਮਿਸਿਜ਼ ਨੋਰਾ ਰਿਚਰਡ। ਨਾਟਕ ਵਿੱਚ ਕਥਾਰਸਿਸ ਦਾ ਸੰਕਲਪ ਕਿਸ ਨੇ ਦਿੱਤਾ? ਕਥਾਰਸਿਸ ਦਾ ਸੰਕਲਪ ਅਰਸਤੂ ਨੇ ਦਿੱਤਾ। ਇਹ ਸੀ ਬਈ ਪੰਜਾਬੀ ਦਾ ਇੱਕ ਮੌਕ ਟੈਸਟ ਜੋ ਕਿ DSSS ਪੰਜਾਬੀ ਦੇ ਜੋ ਪੇਪਰ ਹਨ ਉਸ ਬਾਰੇ ਬਹੁਤ ਹੀ ਇੰਪੋਰਟੈਂਟ ਹੈ, ਉਪਯੋਗੀ ਹੈ, ਰਿਵੀਜ਼ਨ ਵੀ ਹੋ ਜਾਏਗੀ। ਜੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਰਿਸਪੌਂਸ ਦਿਓਗੇ ਤਾਂ ਇਸ ਦੇ ਬਾਰੇ ਅੱਗੇ ਵੀਡੀਓ ਵੀ ਬਣਾਈ ਜਾਏਗੀ। ਕੋਸ਼ਿਸ਼ ਤਾਂ ਇਹੀ ਰਹੀ ਹੈ ਕਿ ਘੱਟ ਤੋਂ ਘੱਟ ਸਮੇਂ ਵਿੱਚ ਜ਼ਿਆਦਾ ਪ੍ਰਸ਼ਨ ਕਰਵਾਏ ਜਾਣ। ਜੇਕਰ ਕੋਈ ਕੁਐਸਚਨ ਗਲਤ ਨਿਸ਼ਾਨ ਲੱਗ ਵੀ ਗਿਆ ਹੋਣਾ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਉਸ ਦਾ ਸਹੀ ਆਨਸਰ ਦੱਸੋ।